कि मुझको मेरे बाद ज़माना ढूंढेगा। ਪੰਜਾਬੀ ਜਾਗਰਣ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ਾਹੀ ਸ਼ਹਿਰ ਪਟਿਆਲਾ ਦੇ ਸ਼ੌਂਕੀਆਂ ਦੇ ਅਵੱਲੇ ਸ਼ੌਂਕ ਹਮੇਸ਼ਾ ਹੀ ਦੁਨੀਆ ਭਰ ਲਈ ਖਿੱਚ ਦਾ ਕੇਂਦਰ ਰਹੇ ਨੇ, ਪਰ ਪਟਿਆਲਾ ਦੇ KS ਸੇਖੋਂ ਦਾ ਸ਼ੌਂਕ ਦੀ ਫਹਿਰਿਸਤ ਅਤੇ ਜਜ਼ਬੇ ਨਾਲ ਕੀਤੇ ਹੋਏ ਕੰਮ ਨੂੰ ਧਿਆਨ ਨਾਲ ਵਾਚਣ ਲਈ ਇੱਕ ਨਹੀਂ ਦੋ ਦਿਨ ਹੀ ਬਲਕਿ ਪੂਰਾ ਮਹੀਨਾ ਚਾਹੀਦਾ ਹੈ। ਆਓ ਤੁਹਾਨੂੰ ਅੱਜ ਰੂਬਰੂ ਕਰਾਉਂਦੇ ਆ ਸਰਦਾਰ KS ਸੇਖੋਂ ਦੇ ਨਾਲ, ਜਿਨ੍ਹਾਂ ਨੇ ਆਪਣੇ ਸ਼ੌਂਕ ਦੇ ਚੱਲਦਿਆਂ ਆਪਣੇ ਘਰ ਦੇ ਇੱਕ ਕਮਰੇ ਨੂੰ ਹੀ ਅਜਾਇਬ ਘਰ ਬਣਾ ਦਿੱਤਾ। ਇਸ ਕਮਰੇ ਦੇ ਵਿੱਚ ਇਤਿਹਾਸ ਤੇ ਸਦੀਆਂ ਦੀਆਂ ਕਈ ਅਜਿਹੀਆਂ ਨਿਸ਼ਾਨੀਆਂ ਜਿਹੜੀਆਂ ਸ਼ਾਇਦ ਕਿਸੇ ਰਾਜੇ ਮਹਾਰਾਜਿਆਂ ਕੋਲ ਵੀ ਨਾ ਹੋਣ। ਆਓ ਜਾਣਦੇ ਹਾਂ ਸਰਦਾਰ KS ਸੇਖੋਂ ਤੋਂ ਇਸ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਜਾਗਰਣ ਵੈਬ TV ਦਾ ਐਂਟੀਕ ਮਿਊਜ਼ੀਅਮ ਪਟਿਆਲਾ ਪਹੁੰਚਣ 'ਤੇ ਬਹੁਤ-ਬਹੁਤ ਸਵਾਗਤ ਹੈ। ਸੋ ਇਹ ਇੱਕ ਮੇਰਾ ਛੋਟਾ ਜਿਹਾ ਮਿਊਜ਼ੀਅਮ ਹੈ ਜਿਹਦਾ ਨਾਮ ਹੈ ਐਂਟੀਕ ਮਿਊਜ਼ੀਅਮ ਪਟਿਆਲਾ। ਸੋ ਇਹਦੇ 'ਚ ਵੱਖ-ਵੱਖ ਤਰ੍ਹਾਂ ਦੇ ਸਿੱਕੇ, ਭਾਂਡੇ, ਟੈਰਾਕੋਟਾ, ਫੋਸਿਲਸ ਔਰ ਕੁਛ ਰਿਆਸਤਾਂ ਦਾ ਸਮਾਨ ਜਿਹੜਾ ਉਹ ਸੰਭਾਲ ਕੇ ਰੱਖਿਆ। ਸੋ ਇਹ ਇੱਕ ਆਉਣ ਵਾਲੀ ਪੀੜ੍ਹੀ ਲਈ ਵੀ ਅਸੀਂ ਸੁਹੇਜ ਕੇ ਰੱਖਿਆ ਤਾਂ ਕਿ ਜਿਹੜੀ ਆਪਣੀ ਵਿਰਾਸਤ ਨੂੰ ਉਹ ਭੁੱਲ ਨਾ ਜਾਣ। ਕਿੰਨੀ ਕੁ ਸਦੀਆਂ ਪੁਰਾਣਾ ਤੁਹਾਡੇ ਕੋਲ ਐਂਟੀਕ ਚੀਜ਼ਾਂ ਜਿਹੜੀਆਂ ਉਹ ਪਈਆਂ ਹੁਣ ਤੱਕ ਦੀਆਂ? ਦੇਖੋ, ਜਿਹੜਾ ਸਭ ਤੋਂ ਲੇਟੈਸਟ ਹੈ ਉਹ ਜਿਹੜੇ ਸਾਡੇ ਅੱਜ ਕੱਲ੍ਹ ਕੋਇਨ ਜਾਰੀ ਹੋ ਰਹੇ ਨੇ ਜਾਂ ਅੱਜ ਕੱਲ੍ਹ ਨੋਟ ਕਰੰਸੀ ਜਾਰੀ ਹੋ ਰਹੀ ਹੈ, ਉਹ ਵੀ ਮੇਰੇ ਕੋਲ ਹੈਗੀ ਕਮੈਮੋਰੇਟਿਵ ਕੋਇਨਸ ਤੋਂ। ਔਰ ਜੇ ਅਸੀਂ ਪਿੱਛੇ ਨੂੰ ਜਾਈਏ ਤਾਂ ਉਹ 'ਚ ਸਾਡੀਆਂ ਹਿੰਦੁਸਤਾਨ ਦੀਆਂ ਰਿਆਸਤਾਂ ਨੇ ਜਿਹੜੀਆਂ 50 ਦੇ ਕਰੀਬ ਰਿਆਸਤਾਂ ਨੇ, ਮੁਗਲ ਨੇ, ਸੁਲਤਾਨ ਨੇ, ਔਰ ਸਭ ਤੋਂ ਜ਼ਿਆਦਾ ਵੱਡੀ ਕਲੈਕਸ਼ਨ ਮੇਰੇ ਕੋਲ ਏਂਸ਼ੀਅੰਟ ਕੋਇਨਸ ਦੀ ਜਿਹੜੀ 600 BC ਹੈ, ਯਾਨੀ ਕਿ 2600 ਸਾਲ ਪੁਰਾਣੇ। ਉਸ ਤੋਂ ਪਿੱਛੇ ਜਾਈਏ ਮੇਰੇ ਕੋਲ ਫੋਸਿਲਸ ਨੇ ਜਿਹੜੇ 50 ਕਰੋੜ ਸਾਲ ਪੁਰਾਣੇ ਨੇ। ਸੋ ਇਸ ਤਰ੍ਹਾਂ ਮੇਰੇ ਕੋਲ ਇਸ ਮਿਊਜ਼ੀਅਮ ਵਿੱਚ ਤੁਸੀਂ ਦੇਖੋਗੇ ਕਿ ਹਰ ਡਾਇਨੈਸਟੀ, ਹਰ ਪੀਰੀਅਡ ਦੀ ਕੋਈ ਨਾ ਕੋਈ ਚੀਜ਼ ਤੁਹਾਨੂੰ ਇੱਥੇ ਜ਼ਰੂਰ ਦੇਖਣ ਨੂੰ ਮਿਲੇਗੀ। ਇਹ ਤੁਸੀਂ ਸਾਹਮਣੇ ਜੋ ਦੇਖ ਰਹੇ ਹੋ ਐਲਬਮਸ ਨੇ, ਇਹਨਾਂ ਦੇ ਵਿੱਚ ਕੋਇਨ ਲੱਗੇ ਹੋਏ ਨੇ। ਮੇਰੇ ਮਿਊਜ਼ੀਅਮ ਦੇ ਵਿੱਚ ਰਿਪਬਲਿਕ ਇੰਡੀਆ ਦੇ ਜਿਹੜੇ ਹੁਣ ਕੋਇਨ ਜਾਰੀ ਹੋ ਰਹੇ ਨੇ ਉਦੋਂ ਤੋਂ ਲੈ ਕੇ ਏਂਸ਼ੀਅੰਟ ਕੋਇਨ 600 BC ਤੱਕ, ਜਿਹਦੇ ਵਿੱਚ ਮੁਗਲ, ਸੁਲਤਾਨ, ਬ੍ਰਿਟਿਸ਼ ਇੰਡੀਆ ਵਗੈਰਾ ਸਾਰੇ ਨੇ। ਔਰ ਇਹਦੇ ਨਾਲ ਨਾਲ ਕੁਝ ਕੋਇਨ ਤੁਸੀਂ ਇੱਧਰ ਦੇਖ ਰਹੇ ਹੋ ਮਲੇਰਕੋਟਲਾ ਰਿਆਸਤ ਦੇ ਨੇ, ਪਟਿਆਲਾ, ਜੀਂਦ, ਕੈਥਲ, ਨਾਭਾ। ਦੈਨ ਉਸ ਤੋਂ ਬਾਅਦ ਕੁਝ ਫੋਰਨ ਦੀ ਕਰੰਸੀ ਵੀ ਮੈਂ ਇਕੱਠੀ ਕੀਤੀ ਹੈ, ਜਿਹ 'ਚ 250 ਕੰਟਰੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਨੋਟਸ ਔਰ ਕਰੰਸੀ ਕੋਇਨਸ ਜਿਹੜੇ ਉਹਨਾਂ ਦੇ ਉਹ ਮੈਂ ਕਲੈਕਟ ਕੀਤੇ ਨੇ। ਪਟਿਆਲਾ ਰਿਆਸਤ ਦੇ ਸੰਬੰਧ ਵਿੱਚ ਤੁਹਾਡੇ ਕੋਲ ਹੋਰ ਕੀ ਚੀਜ਼ਾਂ ਅਵੇਲੇਬਲ ਨੇ ਤੁਸੀਂ ਰੱਖੀਆਂ ਹੋਈਆਂ ਜੀ? ਪਟਿਆਲਾ ਸਟੇਟ ਦੇ ਵਿੱਚ ਮੇਰੇ ਕੋਲੇ ਕੋਇਨਸ ਦੀ ਜਿਹੜੀ ਕਲੈਕਸ਼ਨ ਹੈਗੀ ਉਹ ਤੁਹਾਡੇ ਸਾਹਮਣੇ ਹੈ ਜੀ। ਬਾਬਾ ਆਲਾ ਦਾ ਕੋਇਨ ਤੋਂ ਲੈ ਕੇ ਮਹਾਰਾਜਾ ਅਮਰ ਸਿੰਘ, ਫਿਰ ਮਹਾਰਾਜਾ ਸਾਹਿਬ ਸਿੰਘ ਦੇ ਸਿੱਕੇ ਨੇ, ਉਸ ਤੋਂ ਬਾਅਦ ਮਹਾਰਾਜਾ ਕਰਮ ਸਿੰਘ ਦੇ ਸਿੱਕੇ ਨੇ ਜੀ, ਉਸ ਤੋਂ ਬਾਅਦ ਨਰਿੰਦਰ ਸਿੰਘ, ਮਹਾਰਾਜਾ ਮਹਿੰਦਰ ਸਿੰਘ, ਰਜਿੰਦਰ ਸਿੰਘ। ਕਿੰਨੀਆਂ ਪੀੜ੍ਹੀਆਂ ਦੇ ਸਾਂਭੇ ਹੋਏ ਹੁਣ ਤੱਕ ਦੇ ਜੀ? ਤਕਰੀਬਨ ਪਟਿਆਲਾ ਰਿਆਸਤ ਕੰਪਲੀਟ ਹੈ ਜੀ। ਬਾਬਾ ਮਹਾਰਾਜਾ ਰਜਿੰਦਰ ਸਿੰਘ ਤੱਕ ਜਿਹੜੇ ਇਹਨਾਂ ਦੇ ਸਿੱਕੇ ਸਰਕੂਲੇਸ਼ਨ 'ਚ ਸੀਗੇ। ਉਸ ਤੋਂ ਬਾਅਦ ਜਿਹੜੇ ਗੋਲਡ ਦੇ ਨਜ਼ਰਾਨੇ ਸੀਗੇ। then ਉਸ ਤੋਂ ਬਾਅਦ ਨਾਭਾ ਸਟੇਟ ਹੈ, ਜੀਂਦ ਹੈ, ਕੈਥਲ ਹੈ, ਇਹ ਸਾਰੇ CIS ਸਤਲੁਜ ਸਟੇਟਸ ਜਿਹੜੀਆਂ ਹੈਗੀਆਂ ਉਹਨਾਂ ਦੇ ਕੋਇਨ ਨੇ ਸਾਰੇ। ਸਿੱਕਿਆਂ ਤੋਂ ਇਲਾਵਾ ਕਈ ਤਰ੍ਹਾਂ ਦੇ ਬਰਤਨ ਵੀ ਦੇਖ ਰਹੇ ਹਾਂ ਸਰ ਇਸ ਮਿਊਜ਼ੀਅਮ ਦੇ ਵਿੱਚ। ਇਹ ਸਾਰੇ ਟ੍ਰੈਡੀਸ਼ਨਲ ਭਾਂਡੇ ਨੇ ਜਿਹੜਾ ਅਸੀਂ ਘਰਾਂ ਦੇ ਵਿੱਚ ਪਹਿਲਾਂ ਯੂਜ਼ ਕਰਦੇ ਰਹੇ ਹਾਂ, ਔਰ ਕਿਸੇ ਟਾਈਮ ਅਸੀਂ ਵੀ ਛੋਟੇ ਹੁੰਦੇ ਇਹਨਾਂ ਨੂੰ ਫੁੱਟ ਦੇ ਤੌਰ 'ਤੇ ਅਸੀਂ ਬਾਜ਼ਾਰਾਂ 'ਚ ਦੀਵਾਲੀ ਵੇਲੇ ਵੇਚ ਦਿੰਦੇ ਸੀ। ਇਹ ਸਾਰੇ ਕੋਈ 70 ਤੋਂ 80 ਸਾਲ ਪੁਰਾਣੇ, ਕੋਈ 100 ਸਾਲ ਪੁਰਾਣਾ ਵੀ ਇਹਨਾਂ 'ਚ ਹੋਊਗਾ। ਤੁਸੀਂ ਗਲਾਸ ਜਿਹੜੇ ਦੇਖ ਰਹੇ ਹੋ ਉੱਪਰ ਸਾਰੇ ਡਿਫਰੈਂਟ ਨੇ, ਕੋਈ ਵੀ ਗਲਾਸ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ। ਔਰ ਇਹਦੇ 'ਚ ਇੱਕ ਗਲਾਸ ਉਹ ਹੈ ਕਿ ਜਿਹੜਾ 1.5 ਕਿਲੋ ਉਹਦੇ 'ਚ ਲਿਕੁਇਡ ਪੈਂਦਾ ਔਰ 1 ਕਿਲੋ ਉਹਦਾ ਆਪਣਾ ਵਜ਼ਨ ਹੈ। ਅਤੇ ਕੁਛ ਇੱਦਾਂ ਦੇ ਗਲਾਸ ਵੀ ਹੈਗੇ ਜਿਹੜੇ ਫੋਲਡ ਹੋ ਜਾਂਦੇ ਨੇ। ਇਹ ਇੱਕ ਗਲਾਸ ਹੈਗਾ ਜਿਹਨੂੰ ਤੁਸੀਂ ਸਫ਼ਰ 'ਚ ਲੈ ਕੇ ਜਾਣਾ ਤਾਂ ਫੋਲਡ ਕਰਕੇ ਤੁਸੀਂ ਇਹਨੂੰ ਪਾਕਟ 'ਚ ਪਾ ਕੇ ਲੈ ਜਾ ਸਕਦੇ ਹੋ। ਔਰ ਇਹ ਬਿਲਕੁਲ ਵੀ ਇਹਦੇ 'ਚੋਂ ਪਾਣੀ ਜਿਹੜਾ ਹੈਗਾ ਉਹ ਲੀਕ ਨਹੀਂ ਕਰਦਾ। ਸੋ ਇਹ ਟੈਕਨੋਲੋਜੀ ਹੈ ਉਸ ਟਾਈਮ ਦੇ ਲੋਕਾਂ ਨੇ ਜਿਹੜਾ ਬਣਾਇਆ ਹੈ। ਅੱਜ ਤੱਕ ਇਹ ਚੀਜ਼ਾਂ ਚੱਲ ਰਹੀਆਂ ਨੇ। ਅੱਜ ਕੱਲ੍ਹ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਯੂਜ਼ ਐਂਡ ਥਰੋ ਨੇ। ਇਹ ਤੁਹਾਡੇ ਸਾਹਮਣੇ ਜਿਹੜੀ ਹੈ ਇਹਨੂੰ ਮੇਕਅਪ ਕਿੱਟ ਹੈ ਜੀ ਉਸ ਟਾਈਮ ਦੀ, ਜਿਹਦੇ 'ਚ ਮੇਕਅਪ ਦਾ ਸਮਾਨ ਪੈਂਦਾ ਸੀਗਾ। ਸੋ ਅੱਜ ਕੱਲ੍ਹ ਜਿਹੜੇ ਤੁਸੀਂ ਦੇਖ ਰਹੇ ਹੋ ਚਾਈਨੀਜ਼ ਆਉਂਦੇ ਨੇ। ਸੋ ਇਸ ਤਰ੍ਹਾਂ ਇਹ ਖੁੱਲ੍ਹ ਜਾਂਦਾ ਹੈ। ਲੌਕ ਸਿਸਟਮ ਹੈ ਔਰ ਇਹਦਾ ਵਜ਼ਨ ਵੀ ਜਿਹੜਾ ਹੈਗਾ ਘੱਟੋ ਘੱਟ ਅੱਧਾ ਕਿਲੋ ਤੋਂ ਜ਼ਿਆਦਾ ਜੀ। ਔਰ ਇਹ ਪਿੱਤਲ ਦੀ ਬਣੀ ਹੋਈ ਹੈ ਸਾਰੀ। ਸੋ ਇਹਦੇ ਨਾਲ ਹੀ ਤੁਸੀਂ ਅੱਗੇ ਦੇਖ ਰਹੇ ਹੋ ਸਾਡੇ ਕੋਲ ਕੁਝ ਸੁਪਾਰੀ ਕਟਰਸ ਨੇ, ਜਿਹਨੂੰ ਸਰੋਤਾ ਕਹਿੰਦੇ ਨੇ। ਇਹ ਉਸ ਟਾਈਮ ਦੇ ਸੁਪਾਰੀ ਕਟਰ ਨੇ। ਇਹਦੇ ਉੱਤੇ ਸ਼ਾਹੀ ਦੀਆਂ ਦਵਾਤਾਂ ਨੇ। ਇਹ ਕੁਝ ਇੰਗਲਿਸ਼ ਪੀਰੀਅਡ ਦੀਆਂ ਨੇ ਜਿਹੜੀਆਂ ਕੰਚ ਦੀਆਂ ਬਣੀਆਂ ਨੇ, ਔਰ ਇਹ ਪਿੱਤਲ ਦੀਆਂ ਅਤੇ ਤਾਂਬੇ ਦੀਆਂ ਸ਼ਾਹੀ ਦੀਆਂ ਦਵਾਤਾਂ ਨੇ ਸਾਰੀਆਂ। ਇਸ ਤੋਂ ਬਾਅਦ ਕੁਝ ਸਾਡੇ ਕੋਲ ਟੈਰਾਕੋਟਾ ਹੈ ਜਿਹਦੇ 'ਚ ਗੋਬਲੇਟ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਪਾਣੀ ਲੈ ਕੇ ਜਾਂਦੇ ਹਾਂ, ਥਰਮਸ। ਇਹ 2000 ਸਾਲ ਪੁਰਾਣਾ ਜੀ, 1st ਸੈਂਚੁਰੀ AD। ਇਹ ਕੁਸ਼ਾਨ ਪੀਰੀਅਡ ਦਾ ਹੈ। ਹਰੇਕ ਚੀਜ਼ ਦੀ ਇਤਿਹਾਸ ਵੀ ਦੱਸੀ ਜੀ। ਇਹ ਜਿਸ ਤਰ੍ਹਾਂ ਨਾਈਫ ਐਜ ਬਾਊਲ ਹੈ, ਵੀ ਕੁਸ਼ਾਨ ਪੀਰੀਅਡ ਦਾ ਹੈ। ਮੋਲਡ ਹੈ ਦੁਰਗਾ ਜੀ ਦਾ, ਗਣੇਸ਼ ਜੀ ਦਾ ਮੋਲਡ ਹੈ। ਇਹ ਪਾਣੀ ਦੀ ਟਿੰਡ ਹੈ, ਪਾਣੀ ਕੱਢਣ ਲਈ ਖੂਹ 'ਚੋਂ। ਕੁਝ ਬੱਚਿਆਂ ਦੇ ਖੇਡਣ ਵਾਲੀਆਂ ਜਿਹੜੀਆਂ ਡਾਇਸ ਨੇ, ਗੇਮਸ ਨੇ, ਟੋਇਜ਼ ਨੇ। ਅਤੇ ਜੀ ਹਾਂਜੀ,
ਕਦੋਂ ਦੀਆਂ ਨੇ ਇਹ ਸਾਰਾ ਫਸਟ ਸੈਂਚਰੀ ਏਡੀ ਪੀਰੀਅਡ ਹੈ ਇਹਨਾਂ 'ਚ ਜੀ। ਔਰ ਇਹ ਇੱਕ ਜਿਸ ਤਰ੍ਹਾਂ ਹਵਨ ਕਰਨ ਲਈ ਹੈਗਾ, ਇਹਦੇ ਉੱਤੇ ਹਵਨ ਕੀਤਾ ਜਾਂਦਾ ਸੀ, ਯੂਜ਼ ਕੀਤਾ ਹੋਇਆ। ਇਹ 9 ਜਿਹੜੇ ਸੁਰਾਖ ਨੇ ਇਹ ਦੱਸਦੇ ਨੇ ਕਿ 9 ਗ੍ਰਹਿ ਨੇ। ਓਕੇ। ਜਿਸ ਤਰ੍ਹਾਂ ਅਸੀਂ ਹਿੰਦੂ ਧਰਮ ਦੇ ਵਿੱਚ 9 ਗ੍ਰਹਿਆਂ ਦੀ ਪੂਜਾ ਕਰਦੇ ਹਾਂ ਜੀ। ਸੋ ਇਸੇ ਤਰ੍ਹਾਂ ਕੁਛ ਇਹ ਮਿੱਟੀ ਦੇ ਹਥਿਆਰ ਨੇ ਜਿਹੜੇ ਇੰਡਸ ਪੀਰੀਅਡ ਦੇ ਨੇ। ਜੀ। ਇਹ ਲੜਾਈਆਂ ਦੇ ਵਿੱਚ ਕੰਮ ਆਉਂਦੇ ਸੀ, ਇਹਨੂੰ ਪਕੜ ਕੇ ਇਸ ਤਰ੍ਹਾਂ ਮਾਰਨ ਲਈ। ਔਰ ਜਾਂ ਜਿਹੜੇ ਇਹ ਹੈਗੇ ਇਹਨਾਂ ਦੇ ਵਿੱਚ ਪਹਿਲਾਂ ਜਦੋਂ ਕੱਚੇ ਹੁੰਦੇ ਨੇ ਉਸ ਟਾਈਮ ਹੀ ਇਹ ਇੰਪ੍ਰੈਸ਼ਨ ਇੱਕ ਦੇ ਦਿੱਤਾ ਜਾਂਦਾ, ਫਿਰ ਇਹਨਾਂ ਨੂੰ ਬੇਕ ਕੀਤਾ ਜਾਂਦਾ ਕਿ ਗ੍ਰਿਪ ਪ੍ਰੋਪਰ ਬਣ ਜਾਏ। ਸੋ ਜੇ ਕਿਸੇ ਦੇ ਮਾਰੋ ਤਾਂ ਹੱਥ ਚੋਂ ਨਿਕਲੇ, ਸਲਿਪ ਨਾ ਕਰੇ ਤੁਹਾਡੇ। ਇਹ ਕੁਛ ਨੈਕ ਹੈਗੀਆਂ, ਸਪ੍ਰਿੰਕਲਰਸ ਜਿਹੜੇ ਹੈਗੇ ਬੋਟਲ, ਉਹਨਾਂ ਦੀ ਨੈਕ ਹੈਗੀਆਂ। ਇਹ ਗੁਪਤਾ ਪੀਰੀਅਡ ਦੀਆਂ ਨੇ ਸਾਰੀਆਂ। 300 ਤੋਂ 647 ਏਡੀ ਪੀਰੀਅਡ ਹੈ ਇਹਨਾਂ ਦਾ। ਇਹ ਤੁਹਾਡੇ ਸਾਹਮਣੇ ਕੁਝ ਫੋਸਿਲਸ ਨੇ ਜੀ ਜਿਹੜੇ ਜੁਰੈਸਿਕ ਪੀਰੀਅਡ ਦੇ ਨੇ, ਤੁਸੀਂ ਦੇਖ ਰਹੇ ਹੋ। ਇਹਦੇ 'ਚ ਇਸ ਪੀਰੀਅਡ ਦੇ ਵਿੱਚ ਕਾਫੀ ਤਰ੍ਹਾਂ ਦੇ ਫੋਸਿਲ ਮਿਲਦੇ ਨੇ, ਜਿਵੇਂ ਸਪਲਿਟ ਕਲਸਾਈਟ ਹੈਗੇ ਜਾਂ ਐਮੋਨਾਈਟਸ ਹੈਗੇ। ਸੋ ਇਹ ਡਿਫਰੈਂਟ ਪੀਰੀਅਡ ਦੇ, ਯਾਨੀ 50 ਕਰੋੜ ਸਾਲ ਤੱਕ ਪੁਰਾਣੇ ਜਿਹੜੇ ਫੋਸਿਲ ਮੇਰੀ ਕਲੈਕਸ਼ਨ 'ਚ ਨੇ। ਫਿਰ ਉਸ ਤੋਂ ਬਾਅਦ ਕੁਝ ਤਾਲੇ ਹੈਗੇ, ਜਿਸ ਤਰ੍ਹਾਂ ਇਹ ਤਾਲਾ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ। ਇਹਦਾ ਵਜ਼ਨ ਜਿਹੜਾ ਹੈ ਤਕਰੀਬਨ 2.5 ਕਿਲੋ ਹੈ। ਇਹ ਮੈਨੂੰ ਕਿਸੇ ਨੇ ਗਿਫਟ ਕੀਤਾ ਇੱਥੇ, ਕਿਉਂਕਿ ਇਸ ਮਿਊਜ਼ੀਅਮ ਦੇ ਵਿੱਚ ਕਾਫੀ ਚੀਜ਼ਾਂ ਲੋਕਾਂ ਵੱਲੋਂ ਗਿਫਟ ਕੀਤੀਆਂ ਗਈਆਂ ਨੇ। ਸੋ ਇਸੇ ਤਰ੍ਹਾਂ ਇੱਕ ਰਤਲਾਮ ਸਟੇਟ ਦਾ ਇੱਕ ਤਾਲਾ ਹੈਗਾ, ਹੈਂਡਮੇਡ ਤਾਲਾ ਹੈ, ਜਿਹੜਾ ਕਿ ਤੁਸੀਂ ਬਹੁਤ ਫੂਲ ਪ੍ਰੂਫ ਸਿਸਟਮ ਹੈ ਇਹਦਾ, ਜਲਦੀ ਤੁਸੀਂ ਇਹਨੂੰ ਖੋਲ੍ਹ ਨਹੀਂ ਸਕਦੇ। ਫਿਰ ਉਸ ਤੋਂ ਬਾਅਦ ਕੁਝ ਤੁਸੀਂ ਸੁਰਮੇਦਾਨੀਆਂ ਦੇਖ ਰਹੇ ਹੋ ਜਿਹੜੀਆਂ ਇਸਲਾਮਿਕ ਪੀਰੀਅਡ ਦੀਆਂ ਨੇ। ਔਰ ਇਹ ਸਭ ਤੋਂ ਵੱਡੀ ਉਹਦਾ ਸੁਰਮਚੂ ਵੀ ਹੈ। ਇਹ ਖਾਸੀ ਮੋਟੀਆਂ ਨੇ ਸੁਰਮਚੀਆਂ ਜੀ। ਮੋਟੇ ਨੇ, ਪਿੱਤਲ ਦੇ ਨੇ, ਕਿਉਂਕਿ ਉਸ ਟਾਈਮ ਦੇ ਵਿੱਚ ਪਿੱਤਲ ਤੇ ਕਾਪਰ ਦੇ ਸੁਰਮਚੂ ਹੁੰਦੇ ਸੀਗੇ। ਮੋਟੇ ਤੋਂ ਅਸੀਂ ਇਹ ਅੰਦਾਜ਼ਾ ਲਗਾ ਰਹੇ ਹਾਂ ਕਿ ਜਿਹੜੀਆਂ ਉਸ ਟਾਈਮ ਦੀਆਂ ਅਸੀਂ ਔਰਤਾਂ ਦੀਆਂ ਪੇਂਟਿੰਗ ਜਾਂ ਕੁਝ ਫੋਟੋਆਂ ਦੇਖਦੇ ਹਾਂ ਤੇ ਉਹਨਾਂ ਦੀਆਂ ਅੱਖਾਂ ਕਾਫੀ ਵੱਡੀਆਂ ਦਿਖਾਈਆਂ ਗਈਆਂ। ਸੋ ਹੋ ਸਕਦਾ ਕਿ ਉਹ ਇਹਦਾ ਇੱਕ ਕਾਰਨ ਹੋਵੇ। ਔਰ ਜਿਹੜਾ ਮੈਟਲ ਜਿਹੜਾ ਹੈਗਾ ਪਿੱਤਲ ਤੇ ਕਾਪਰ, ਉਹ ਇਸ ਕਰਕੇ ਹੈ ਕਿ ਇਹਦੀ ਮੈਟਲ ਵੈਲਿਊ ਜਿਹੜੀ ਸਾਡੇ ਅੱਖਾਂ ਦੇ ਵਿੱਚ ਵੀ ਜਾਂਦੀ ਹੈ। ਜੀ। ਇਹ ਕੁਝ ਰਿਆਸਤਾਂ ਦੇ ਵੱਟੇ ਨੇ ਜੀ, ਜਿਹੜੇ ਪਹਿਲਾਂ ਸੇਰ ਦੇ ਵਿੱਚ ਹੁੰਦੇ ਸੀ, ਜਿਵੇਂ ਅੱਜ ਕੱਲ੍ਹ ਕਿਲੋਗ੍ਰਾਮ 'ਚ ਆ ਗਏ। ਇਹਦੇ 'ਚ ਨਾਭਾ ਸਟੇਟ ਹੈ ਮੇਰੇ ਕੋਲ, ਮਲੇਰਕੋਟਲਾ ਹੈ, ਪਟਿਆਲਾ ਸਟੇਟ ਦੇ ਨੇ, ਰਤਲਾਮ ਸਟੇਟ ਦੇ ਨੇ ਕੁਛ ਇਹਨਾਂ 'ਚ। ਉਸ ਤੋਂ ਬਾਅਦ ਇਹ ਪੱਥਰ ਹੈ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ, ਗ੍ਰਾਈਂਡ ਸਟੋਨ ਪੇਸਟਲ, ਜਿਹੜਾ ਜਿਹਦੇ ਤੇ ਮਸਾਲਾ ਰਗੜਿਆ ਜਾਂਦਾ ਸੀ, ਕਿਸੇ ਰਾਇਲ ਫੈਮਿਲੀ ਦਾ, ਕਾਫੀ ਵੱਡਾ ਔਰ ਭਾਰਾ ਹੈ। ਫਿਰ ਇਹ ਇੱਕ ਟੇਬਲ ਜਿਹੜਾ ਪਿਆ ਹੈ ਤੁਹਾਡੇ ਸਾਹਮਣੇ, ਇਹ ਹੈਗਾ ਮਲੇਰਕੋਟਲਾ ਰਿਆਸਤ ਦਾ। ਸੋ ਇਹਦੇ ਵਿੱਚ ਇਹ ਜਿਹੜਾ ਹੈਗਾ ਪਾਣੀ ਦੇ ਗਲਾਸ ਰੱਖਣ ਵਾਸਤੇ ਵੀ ਨਾਲ ਉਹਨਾਂ ਨੇ ਸਟੈਂਡ ਆ ਫੋਲਡਿੰਗ ਹੈ। ਜਦੋਂ ਤੁਸੀਂ ਖਾਣਾ ਖਾਣਾ ਤੇ ਆਪਣੇ ਗਲਾਸ ਪਾਣੀ ਦਾ ਰੱਖਣ ਵਾਸਤੇ ਬਾਹਰ ਕੱਢ ਲਓ। ਪੁਰਾਣਾ ਹੁੱਕਾ ਹੈ, ਹੁੱਕਿਆਂ ਦੀ ਕਾਫੀ ਕਲੈਕਸ਼ਨ ਹੈ ਮੇਰੇ ਕੋਲ। ਦੈਨ ਇਹ ਪੱਖਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਮਰੈਲੀ ਦਾ ਪੱਖਾ, ਇਟਲੀ ਦਾ, 100 ਸਾਲ ਤੋਂ ਪੁਰਾਣਾ, ਵਰਕਿੰਗ ਕੰਡੀਸ਼ਨ 'ਚ ਹੈ। ਪਿੱਤਲ ਦੇ ਫੰਗ ਨੇ, ਪਿੱਤਲ ਦਾ ਫਰੇਮ ਹੈ। ਇਹ ਵੀ ਸੇਰ 5 ਸੇਰ ਦਾ ਵੱਟਾ ਹੈਗਾ। ਇਹ ਜਿੱਦਾਂ ਲੋਕਲ ਮੇਡ ਬਣਾਏ ਜਾਂਦੇ ਸੀਗੇ। ਇਹ ਕਿਸੇ ਨੇ ਮਿਊਜ਼ੀਅਮ ਲਈ ਗਿਫਟ ਕੀਤਾ ਮੈਨੂੰ। ਇਹ ਕੋਇਨ ਕੁਝ ਸਿੰਧ ਉਹ ਆਪਣੇ ਹਿੰਦੂ ਸ਼ਾਹੀ ਕੋਇਨਸ ਕਹਿੰਦੇ ਨੇ ਇਹਨਾਂ ਨੂੰ, ਕਾਬਲ ਦੇ ਉੱਤੇ ਜਦੋਂ ਹਿੰਦੂ ਰਾਜਿਆਂ ਦਾ ਰਾਜ ਸੀ, 1000 ਸਾਲ ਪੁਰਾਣੇ ਨੇ। ਸਾਮੰਤ ਦੇਵ ਇਹਦੇ ਨਾਲ ਜਿਹੜੇ ਪਏ ਨੇ, ਬਹਿਰਾਮ ਸ਼ਾਹ ਦੇ 800 ਸਾਲ ਪੁਰਾਣੇ ਸਿੱਕੇ ਨੇ। ਦੈਨ ਉਸ ਤੋਂ ਬਾਅਦ ਇੱਕ ਮੇਰੇ ਕੋਲ ਇਹ ਸੰਦੂਕ ਹੈ, ਜਿਹਦੇ ਵਿੱਚ ਮੈਂ ਜਿਸ ਤਰ੍ਹਾਂ ਛੱਤ 'ਤੇ ਅਸੀਂ ਦੇਖਿਆ ਸੀਗਾ, ਕਮਰੇ ਦੇ ਵਿੱਚ ਵੀ ਸਪੇਸ ਅਸੀਂ ਯੂਟਿਲਾਈਜ਼ ਕੀਤੀ ਹੈ ਮੈਕਸਿਮਮ। ਸੋ ਇਹਦੇ ਵਿੱਚ ਵੀ ਅਸੀਂ ਇਹਨੂੰ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹਦੇ 'ਚ ਵੈਸੇ ਕੱਪੜੇ ਰੱਖੇ ਜਾਂਦੇ ਨੇ। ਇਹਦੇ ਵਿੱਚ ਵੀ ਕੁਝ ਫੋਸਲਸ ਪਏ ਨੇ ਕਿ ਇਹਦੇ 'ਚ ਕੁਝ ਤਾਂ ਰੌਕਸ ਨੇ ਜੀ ਉੱਪਰ, ਡਿਫਰੈਂਟ ਤਰ੍ਹਾਂ ਦੇ, ਉਹਨਾਂ ਦੀ ਫਾਰਮੇਸ਼ਨ, ਉਹਨਾਂ ਦਾ ਕਲਰ ਕੰਬੀਨੇਸ਼ਨ ਤੁਸੀਂ ਦੇਖੋ ਜੀ। ਸੋ ਕੁਦਰਤ ਦੇ ਰੰਗ ਨੇ। ਜਿਹੜੇ ਉਸ ਤੋਂ ਨੀਚੇ ਪਏ ਨੇ ਉਹ ਕ੍ਰਿਸਟਲਸ ਨੇ ਜੀ। ਔਰ ਸਭ ਤੋਂ ਨੀਚੇ ਜਿਹੜੇ ਤੁਸੀਂ ਬਾਲਸ ਦੇਖ ਰਹੇ ਹੋ, ਇਹ ਫਸਟ ਸੈਂਚਰੀ ਏਡੀ ਦੀਆਂ ਨੇ, ਜਦੋਂ ਲਾਈਟ ਨਹੀਂ ਸੀ ਹੁੰਦੀ 2000 ਸਾਲ ਪਹਿਲਾਂ ਜੀ। ਤਾਂ ਇਹਨਾਂ ਨੂੰ ਗਰਮ ਕਰਕੇ ਕਮਰੇ ਦੇ ਵਿੱਚ ਰੱਖਿਆ ਜਾਂਦਾ ਸੀਗਾ। ਤਾਂ ਇਹ ਹੀਟਰ ਦਾ ਕੰਮ ਕਰਦੀਆਂ ਸੀ, ਹੀਟ ਰਿਲੀਜ਼ ਕਰਦੀਆਂ ਸੀਗੀਆਂ। ਸਰ ਇੰਨੀ ਵੱਡੀ ਕਲੈਕਸ਼ਨ ਤੁਸੀਂ ਕਿਵੇਂ ਇਕੱਠੀ ਕੀਤੀ ਹੈ? ਕਿ ਇਹ ਸਾਰੇ ਖਰੀਦੇ ਹੀ ਹੋਏ ਆ ਜਾਂ ਮੋਸਟਲੀ ਚੀਜ਼ਾਂ ਖਰੀਦੀਆਂ ਹੋਈਆਂ ਨੇ? ਜਿਸ ਤਰ੍ਹਾਂ ਕਿਸੇ ਨੂੰ ਨਸ਼ਾ ਲਾਉਣ ਲਈ ਪਹਿਲਾਂ ਫ੍ਰੀ ਦਿੱਤਾ ਜਾਂਦਾ ਹੈ, ਇਸ ਤਰ੍ਹਾਂ ਹੀ ਮੈਨੂੰ ਇਹ ਕੁਝ ਫ੍ਰੀ ਮਿਲੀਆਂ ਸੀ ਮੇਰੇ ਨਾਨਕੇ ਘਰ ਤੋਂ। ਕੁਝ ਕੋਇਨਸ ਮਿਲੇ ਸੀ, ਪਿੰਡਾਂ ਦੇ ਵਿੱਚ ਅਕਸਰ ਰੱਖੇ ਹੁੰਦੇ ਨੇ। ਸੋ ਸਮੇਂ ਦੇ ਨਾਲ ਨਾਲ ਮੈਨੂੰ ਉਸ ਟਾਈਮ ਇਹਨਾਂ ਦੀ ਜਾਂਚ ਨਹੀਂ ਸੀਗੀ, ਡੱਬਿਆਂ 'ਚ ਪਾ ਕੇ ਰੱਖੇ ਸੀ। ਜਦੋਂ ਪਤਾ ਲੱਗਿਆ, ਥੋੜ੍ਹਾ ਇੰਟਰਨੈਟ ਦੀ ਜਾਣਕਾਰੀ ਹੋਈ, ਉਮਰ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਸਿੱਖਣਾ ਸ਼ੁਰੂ ਕੀਤਾ, ਫਿਰ ਪਤਾ ਲੱਗਿਆ ਕਿ ਚੀਜ਼ਾਂ ਦੀ ਬਹੁਤ ਵੈਲਿਊ ਹੈ। ਫਿਰ ਉਸ ਤੋਂ ਬਾਅਦ ਕਾਫੀ ਚੀਜ਼ਾਂ ਮੈਂ ਖਰੀਦੀਆਂ ਵੀ ਨੇ। ਇਸ ਮਿਊਜ਼ੀਅਮ 'ਚ ਬਹੁਤ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਲੋਕਾਂ ਨੇ ਗਿਫਟ ਕੀਤੀਆਂ ਨੇ ਕਿ ਇੱਥੇ ਸਾਂਭੀਆਂ ਰਹਿਣਗੀਆਂ। ਔਰ ਕੁਝ ਚੀਜ਼ਾਂ ਅਸੀਂ ਐਕਸਚੇਂਜ ਕੀਤੀਆਂ ਨੇ। ਬਾਕੀ ਸਾਡੀਆਂ ਨਿਊਮਿਸਮੈਟਿਕ ਸੁਸਾਇਟੀਜ਼ ਨੇ, ਉਹਨਾਂ ਦੇ ਅਸੀਂ ਮੈਂਬਰ ਹਾਂ। ਤਾਂ ਉੱਥੋਂ ਅਸੀਂ ਐਕਸਚੇਂਜ ਵੀ ਕਰਦੇ ਹਾਂ ਔਰ ਪਰਚੇਜ਼ ਵੀ ਕਰਦੇ ਹਾਂ। ਸਰ ਮਿਊਜ਼ੀਅਮ ਦੂਰ ਦੁਰਾਡੇ ਤੋਂ ਲੋਕ ਵੀ ਆਉਂਦੇ ਹੋਣੇ ਆ, ਕਿੰਨਾ ਕੁ ਪਸੰਦ ਕਰਦੇ ਨੇ? ਰੇਟਿੰਗ ਵਗੈਰਾ ਕੀ ਹੈ ਇਹਦੀ ਨੈੱਟ ਦੇ? ਇਹ ਮਿਊਜ਼ੀਅਮ ਜਿਹੜਾ ਐਂਟੀਕ ਮਿਊਜ਼ੀਅਮ ਪਟਿਆਲਾ ਹੈਗਾ, ਇਹ ਗੂਗਲ ਦੇ ਉੱਤੇ ਵੀ ਹੈ ਜੀ, ਤੁਸੀਂ ਦੇਖ ਸਕਦੇ ਹੋ। ਅਤੇ ਉਹਦੇ ਉੱਤੇ ਮੇਰੀ ਰੇਟਿੰਗ, ਮੈਨੂੰ ਬੜਾ ਮਾਣ ਹੈ ਕਿ ਅੱਜ ਦੀ ਡੇਟ ਦੇ ਵਿੱਚ 4.7 ਰੇਟਿੰਗ ਹੈ।
ਜਦੋਂ ਕਿ ਪਟਿਆਲੇ ਦੇ ਵਿੱਚ 2 ਸਰਕਾਰੀ ਮਿਊਜ਼ੀਅਮ ਨੇ, ਸ਼ੀਸ਼ ਮਹਿਲ ਔਰ ਕਿਲ੍ਹਾ ਮੁਬਾਰਕ। ਜੀ ਸਰਕਾਰੀ ਮਿਊਜ਼ੀਅਮ ਹੋਣ ਦੇ ਬਾਵਜੂਦ, ਸਰਕਾਰੀ ਮੁਲਾਜ਼ਮਤ ਹੋਣ ਦੇ ਬਾਵਜੂਦ ਔਰ ਉੱਥੇ ਇੰਨਾ ਸਾਰਾ ਸਮਾਨ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਰੇਟਿੰਗ ਬਹੁਤ ਘੱਟ ਹੈ, ਕਿਉਂਕਿ ਉੱਥੇ ਉਹ ਕੀ ਕਰਦੇ ਨੇ ਕਿ ਇੱਕ ਤਾਂ ਟਿਕਟ ਲਗਾਉਂਦੇ ਨੇ ਲੋਕਾਂ ਨੂੰ ਦੇਖਣ ਲਈ, ਔਰ ਗਾਹੇ ਬਗਾਹੇ ਉਹਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਉਹਨਾਂ ਨੂੰ ਬੰਦ ਕਰਤਾ ਜਾਂਦਾ, ਰਿਪੇਅਰ ਦੇ ਨਾਂ 'ਤੇ ਜਾਂ ਮੇਨਟੇਨੈਂਸ ਦੇ ਨਾਂ 'ਤੇ। ਇਹ ਮਿਊਜ਼ੀਅਮ ਜਿਹੜਾ ਹੈਗਾ ਮੰਡੇ ਟੂ ਫਰਾਈਡੇ 10 ਤੋਂ 5 ਤੱਕ ਖੁੱਲ੍ਹਾ ਹੁੰਦਾ। ਮੇਰੇ ਗੂਗਲ ਦੇ ਉੱਤੇ ਟਾਈਮ ਵੀ ਪਾਇਆ ਹੈ, ਮੇਰਾ ਕੰਟੈਕਟ ਨੰਬਰ ਹੈ। ਇਹਨੂੰ ਦੇਖਣ ਲਈ ਬਹੁਤ ਲੋਕ ਆਉਂਦੇ ਨੇ ਮੇਰੇ ਕੋਲ, ਰਿਸਰਚ ਸਕਾਲਰ ਆਉਂਦੇ ਨੇ, ਸਟੂਡੈਂਟਸ ਆਉਂਦੇ ਨੇ, ਆਰਟ ਐਂਡ ਕਰਾਫਟ ਦੇ ਮਿਊਜ਼ੀਅਮ ਦੇ ਬੱਚੇ ਆਉਂਦੇ ਨੇ, ਔਰ ਈਵਨ ਕਿ ਕੁਝ ਡਿਗਨਿਟਰੀਜ਼ ਮੇਰੇ ਕੋਲ ਆਈਆਂ, ਡਿਪਟੀ ਕਮਿਸ਼ਨਰ ਆਏ, ਕਮਿਸ਼ਨਰ ਇਨਕਮ ਟੈਕਸ ਇੱਥੇ ਵਿਜ਼ਿਟ ਕਰਕੇ ਗਏ ਨੇ। ਉਸ ਤੋਂ ਇਲਾਵਾ ਜਿਹੜੇ ਟੂਰਸ ਅਸੀਂ ਆਰਗੇਨਾਈਜ਼ ਕਰਦੇ ਹਾਂ ਸਕੂਲਾਂ ਦੇ ਬੱਚਿਆਂ ਦੇ, ਤਾਂ ਗਰੁੱਪ ਟੂਰਸ ਅਸੀਂ ਆਰਗੇਨਾਈਜ਼ ਕਰਦੇ ਹਾਂ, ਬੱਚਿਆਂ ਨੂੰ ਇਹਦੇ ਵਾਸਤੇ ਜਾਣਕਾਰੀ ਦਿੰਦੇ ਹਾਂ। ਔਰ ਮੇਰੇ ਕੋਲ ਇਹ ਸਭ ਤੋਂ ਮੈਨੂੰ ਮਾਣ ਦੀ ਗੱਲ ਹੈ ਕਿ ਮੇਰੇ ਕੋਲ ਸਿੰਗਾਪੁਰ ਐਮਬੈਸੀ ਦੇ ਐਂਬੈਸਡਰ ਵੀ 2 ਵਾਰ ਇੱਥੇ ਆ ਕੇ ਗਏ ਨੇ, ਔਰ ਇੰਗਲੈਂਡ ਦੇ ਵਿੱਚੋਂ ਇੱਕ ਜਿਹੜਾ ਉਹਨਾਂ ਦਾ ਆਪਣਾ ਪਰਸਨਲ ਮਿਊਜ਼ੀਅਮ ਹੈ, ਉੱਥੇ ਉਹਨਾਂ ਦੇ ਜਿਹੜੇ ਮਾਲਕ ਨੇ ਮਿਊਜ਼ੀਅਮ ਦੇ ਓਨਰ ਨੇ, ਉਹ ਵੀ ਇੱਥੇ ਵਿਜ਼ਿਟ ਕਰਕੇ ਗਏ ਨੇ, ਉਹ ਕਾਫੀ ਉਹਨਾਂ ਨੇ ਪ੍ਰੇਜ਼ ਕੀਤਾ। ਸੇਖੋ ਸਾਹਿਬ, ਮੈਂ ਤੁਹਾਡੀ ਗੱਲ ਕੱਟ ਰਿਹਾ, ਇਸ ਪਿੱਛੇ ਤੁਹਾਡਾ ਮਕਸਦ ਕੀ ਹੈ? ਤੁਸੀਂ ਕੀ ਇਹ ਸ਼ੌਂਕ ਹੈ ਜਿਹੜਾ ਸਿਰਫ ਵੈਸੇ ਹੀ ਸ਼ੌਂਕ ਰੱਖਿਆ ਹੋਇਆ ਹੈ, ਜਾਂ ਲੋਕਾਂ ਨੂੰ ਕੁਝ ਜਾਣੂ ਕਰਵਾਉਣਾ ਚਾਹੁੰਦੇ ਹੋ ਇਤਿਹਾਸ ਬਾਰੇ? ਕੀ ਮਕਸਦ ਕੀ ਹੈ ਇਹਦਾ? ਮਕਸਦ ਇਹਦਾ ਬਿਲਕੁਲ ਸਾਫ਼ ਤੇ ਸਪਸ਼ਟ ਹੈ ਜੀ। ਜਿਸ ਤਰ੍ਹਾਂ ਅਸੀਂ ਚੀਜ਼ਾਂ ਡਿਸਪਲੇ ਕਰਕੇ ਲਗਾਈਆਂ ਨੇ, ਸੋ ਇਹਦਾ ਮਕਸਦ ਇੱਕੋ ਹੀ ਹੈ ਕਿ ਜਿਹੜਾ ਬੰਦਾ ਆਵੇ ਔਰ ਆ ਕੇ ਇਹਨਾਂ ਨੂੰ ਦੇਖੇ ਤੇ ਇਹਨਾਂ ਨੂੰ ਪੁੱਛੇ, ਇਹਨਾਂ ਬਾਰੇ ਜਾਣਕਾਰੀ ਮੰਗੇ ਸਾਡੇ ਤੋਂ, ਔਰ ਅਸੀਂ ਹਮੇਸ਼ਾ ਜਾਣਕਾਰੀ ਦੇਣ ਲਈ ਤਿਆਰ ਹਾਂ। ਇਹ ਇੱਕ ਮੇਰੀ ਕਲੈਕਸ਼ਨ ਹੈ, ਵਿਰਾਸਤ ਨੂੰ ਸੰਭਾਲਣ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵਨ ਮੈਨ ਸ਼ੋਅ ਹੈਗਾ, ਇਹਦੇ 'ਚ ਮੈਨੂੰ ਕੋਈ ਸਰਕਾਰੀ ਇਮਦਾਦ ਨਹੀਂ ਹੈ, ਮੈਂ ਆਪਣੇ ਘਰ 'ਚ ਬਣਾਇਆ, ਆਪਣੇ ਪੈਸੇ ਨਾਲ ਮੈਂ ਸਾਰੀ ਕਲੈਕਸ਼ਨ ਇਕੱਠੀ ਕੀਤੀ। ਜਦੋਂ ਕਿ ਤੁਸੀਂ ਸਰਕਾਰੀ ਮੁਲਾਜ਼ਮ ਵੀ ਰਹੇ ਹੋ? ਜੀ, ਮੈਂ ਨੌਕਰੀ ਕਰਦਾ ਰਿਹਾ ਰੈਵਨਿਊ ਡਿਪਾਰਟਮੈਂਟ ਦੇ ਵਿੱਚ, ਮੈਂ 32-33 ਸਾਲ ਨੌਕਰੀ ਕੀਤੀ ਹੈ। ਮੈਂ 6 ਸਾਲ ਪਹਿਲਾਂ ਉੱਥੋਂ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ ਸੀ, ਤੇ ਫਿਰ ਮੈਂ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਵੀ ਸਿਵਲ ਡਿਫੈਂਸ 'ਚ ਚੀਫ ਆਰਡਨ ਸਿਵਲ ਡਿਫੈਂਸ ਪਟਿਆਲਾ ਵੀ 5-7 ਸਾਲ ਕੰਮ ਕੀਤਾ ਹੈ। ਸਾਡੀ NGO ਹੈ, ਹੁਣ ਅਸੀਂ ਪਲਾਂਟੇਸ਼ਨ ਵੀ ਕਰਦੇ ਹਾਂ, ਲੋਕਾਂ ਨੂੰ ਬੂਟੇ ਵੀ ਗਿਫਟ ਕਰਦੇ ਹਾਂ, ਕੈਂਪਸ ਲਗਾਉਂਦੇ ਹਾਂ, ਮੈਡੀਕਲ ਦੇ ਕੈਂਪ ਲੱਗਦੇ ਨੇ, ਬਲੱਡ ਡੋਨੇਸ਼ਨ ਕੈਂਪ ਹੈ, ਜਾਂ ਕਿਸੇ ਨੂੰ ਚੈਰਿਟੀ ਕਰਨੀ ਹੈ, ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਉਹ ਵੀ ਅਸੀਂ ਕਰਦੇ ਹਾਂ। ਮੈਂ ਸਮਝਦਾ ਕਿ ਜੋ ਤੁਹਾਨੂੰ ਖਾਣ ਲਈ ਸਿਰਫ 2 ਰੋਟੀਆਂ ਤੇ ਇੱਕ ਸਬਜ਼ੀ ਦਾਲ ਦੀ ਜ਼ਰੂਰਤ ਹੁੰਦੀ ਹੈ, ਉਸ ਤੋਂ ਬਾਅਦ ਜਿਹੜੀ ਤੁਸੀਂ ਸੇਵਿੰਗ ਕਰਦੇ ਹੋ ਉਹ ਤੁਸੀਂ ਆਪਣੇ ਲਈ ਨਹੀਂ ਕਰਦੇ, ਉਹ ਤੁਸੀਂ ਦੂਜਿਆਂ ਲਈ ਕਰਕੇ ਜਾਂਦੇ ਹੋ। ਸੋ ਆਪਣੀ ਲਾਈਫ ਦੇ ਵਿੱਚ ਤੁਸੀਂ ਜਿੰਨਾ ਇਸ ਨੂੰ ਇੰਜੋਏ ਕਰ ਸਕਦੇ ਹੋ ਉਨਾ ਵੱਧ ਤੋਂ ਵੱਧ ਇੰਜੋਏ ਕਰੋ। ਪਰਿਵਾਰ ਨੂੰ ਵੀ ਪਾਲੋ, ਉਹ ਤੁਹਾਡੀ ਲਾਇਬਿਲਿਟੀ ਹੈਗੀ। ਉਸ ਤੋਂ ਬਾਅਦ ਤੁਹਾਡੀ ਲਾਇਬਿਲਿਟੀ ਇੱਕ ਸਮਾਜ ਪ੍ਰਤੀ ਵੀ ਹੈ ਕਿ ਇਸ ਸਮਾਜ ਨੂੰ ਵੀ ਤੁਸੀਂ ਜਿਹੜਾ ਹੈਗਾ ਕੁਝ ਚੰਗੀਆਂ ਗੱਲਾਂ ਦੇ ਕੇ ਜਾਓ, ਤਾਂ ਕਿ ਤੁਹਾਨੂੰ ਜਾਣ ਤੋਂ ਬਾਅਦ ਜਿਹੜਾ ਲੋਕੀ ਯਾਦ ਰੱਖਣ, ਜਿੱਦਾਂ ਉਹ ਗਾਣਾ ਸੀਗਾ ਕਿ ਮੁਝਕੋ ਮੇਰੇ ਬਾਅਦ ਜ਼ਮਾਨਾ ਢੂੰਢੇਗਾ। ਸੋ ਮੈਂ ਸਮਝਦਾ ਕਿ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੀ ਪੀੜ੍ਹੀ ਲਈ ਇੱਕ ਮਾਰਗਦਰਸ਼ਕ ਦਾ ਕੰਮ ਕਰਨਗੀਆਂ, ਉਹਨਾਂ ਨੂੰ ਇਹਦੇ ਬਾਰੇ ਕਾਫੀ ਜਾਣਕਾਰੀ ਮਿਲੇਗੀ। ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਰਦਾਰ KS ਸੇਖੋਂ ਵੱਲੋਂ ਸਾਂਭੇ ਗਏ ਭਵਿੱਖ ਨੂੰ, ਮਤਲਬ ਕਿ ਵਾਤਾਵਰਨ ਨੂੰ। ਉਹਨਾਂ ਨੇ ਛੱਤ ਦੇ ਉੱਪਰ ਇੱਕ ਅਜਿਹਾ ਬਗੀਚਾ ਬਣਾਇਆ ਜਿਸ ਦੇ ਉੱਪਰ ਹਰੇਕ ਤਰ੍ਹਾਂ ਦਾ ਫਲ, ਹਰੇਕ ਤਰ੍ਹਾਂ ਦੀ ਸਬਜ਼ੀ, ਹਰ ਪੌਦਾ ਉਗਾਇਆ ਗਿਆ। ਆਓ ਜਾਣਦੇ ਹਾਂ ਇਸ ਟੈਰਿਸ ਗਾਰਡਨ ਦੇ ਬਾਰੇ ਸੇਖੋਂ ਸਾਹਿਬ ਤੋਂ। ਟੈਰਿਸ ਗਾਰਡਨ ਬਾਰੇ ਵੀ ਤੁਸੀਂ ਦਰਸ਼ਕਾਂ ਨੂੰ ਕੁਝ ਜਾਣਕਾਰੀ ਦਿਓ। ਟੈਰਿਸ ਗਾਰਡਨਿੰਗ ਇੱਕ ਕਨਸੈਪਟ ਹੈ ਜੀ, ਜਿਨ੍ਹਾਂ ਕੋਲੇ ਸ਼ਹਿਰਾਂ ਦੇ ਵਿੱਚ ਜਗ੍ਹਾ ਨਹੀਂ ਹੈ ਜੀ, ਤੇ ਉਹ ਵਾਤਾਵਰਨ ਨਾਲ ਸ਼ੌਕ ਰੱਖਦੇ ਨੇ, ਉਹਨਾਂ ਨੂੰ ਬੂਟੇ ਲਾਉਣ ਦਾ ਸ਼ੌਕ ਹੈ, ਉਹਦੇ ਲਈ ਆਪਸ਼ਨ ਫਿਰ ਹੈਗੀ ਸਿਰਫ ਛੱਤ। ਤਾਂ ਛੱਤ ਦੇ ਤੁਸੀਂ ਆਪਣੇ ਬੂਟੇ ਰੱਖ ਕੇ ਉਸ ਤਰ੍ਹਾਂ ਦਾ ਇੱਕ ਗਾਰਡਨ ਤਿਆਰ ਕਰ ਸਕਦੇ ਹੋ। ਸੋ ਇੱਕ ਛੋਟਾ ਜਿਹਾ ਉਪਰਾਲਾ ਮੈਂ ਛੱਤ ਦੇ ਉੱਪਰ ਕੀਤਾ, ਕਿਉਂਕਿ ਤੁਸੀਂ ਦੇਖ ਰਹੇ ਹੋ ਇੱਥੇ ਛੱਤ ਦੇ ਉੱਤੇ ਕਾਫੀ ਸਾਰੇ ਹਰ ਤਰ੍ਹਾਂ ਦੀ ਸਪੀਸੀਜ਼ ਜਿਹੜੀਆਂ ਨੇ। ਇੱਥੇ ਗ੍ਰੀਨ ਹਾਊਸ ਵੀ ਹੈ, ਸਕੂਲੈਂਟ ਦਾ ਅਲੱਗ ਸੈਕਸ਼ਨ ਹੈ, ਕੈਕਟਸ ਲਈ ਅਲੱਗ ਹੈ, ਔਰ ਸਬਜ਼ੀਆਂ ਅਤੇ ਫਰੂਟ ਅਲੱਗ ਲੱਗੇ ਹੋਏ ਨੇ। ਸੋ ਇੱਕ ਮਨ 'ਚ ਖਿਆਲ ਆਇਆ ਕਿ ਕੁਦਰਤ ਦੇ ਨੇੜੇ ਜਾਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ। ਸੋ ਮੈਂ ਛੱਤ ਦੇ ਉੱਤੇ ਇੱਕ ਟੈਰਿਸ ਗਾਰਡਨ ਤਿਆਰ ਕੀਤਾ। ਇਸ ਟੈਰਿਸ ਗਾਰਡਨ ਦੇ ਉੱਪਰ ਮੈਂ ਦੇਖ ਰਿਹਾ ਕਈ ਅਜਿਹੀ ਪ੍ਰਜਾਤੀਆਂ, ਇਹੋ ਜਿਹੀ ਕਿਸਮ ਦੇ ਵੀ ਫਲ ਜਾਂ ਪੌਦੇ ਜਿਹੜੇ ਪੰਜਾਬ 'ਚ ਨਹੀਂ ਹੁੰਦੇ, ਉਹਨਾਂ ਬਾਰੇ ਵੀ ਕੁਝ ਚਾਨਣਾ ਪਾਓ ਜੀ। ਕਾਫੀ ਸਾਰੀਆਂ ਸਪੀਸੀਜ਼ ਹੈਗੀਆਂ ਜਿਹੜੀਆਂ ਸਾਡੇ ਨਾਰਥ ਇੰਡੀਆ ਦੇ ਵਿੱਚ ਨਹੀਂ ਹੁੰਦੀਆਂ, ਕਿਉਂਕਿ ਇੱਥੋਂ ਦਾ ਟੈਂਪਰੇਚਰ ਜਿਹੜਾ ਵੇਰੀ ਕਰਦਾ ਰਹਿੰਦਾ, ਕਦੇ ਗਰਮੀ ਕਦੇ ਸਰਦੀ ਜੀ। ਪਰ ਕੁਝ ਸਪੀਸੀਜ਼ ਜਿਹੜੀਆਂ ਪਿਛਲੇ ਕਾਫੀ ਟਾਈਮ ਦੇ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਗਰੋ ਕਰਨ ਦੀ। ਸੋ ਮੈਂ ਪਾਈਨਐਪਲ ਗਰੋ ਕੀਤਾ ਇੱਥੇ, ਕਾਫੀ ਸਕਸੈਸਫੁਲ ਰੇਟ ਹੈ ਉਹਦਾ ਜੀ। ਇਹ ਰਾਜਾ ਪਾਈਨਐਪਲ ਹੈ, ਓਕੇ, ਔਰ ਇਹ ਹੈ ਰਾਣੀ ਪਾਈਨਐਪਲ ਜੀ ਜੀ। ਸੋ ਇਹ ਦੋਨੋਂ ਹੁਣ ਗਰੋ ਕਰ ਚੁੱਕੇ ਨੇ। ਸੋ ਹੁਣ ਦੇਖਦੇ ਹਾਂ ਇਹਦਾ ਰਿਜ਼ਲਟ ਕੀ ਆਉਂਦਾ, ਇਹਨੂੰ ਫਰੂਟ ਕਦੋਂ ਮਿਲਦਾ ਹੈ। ਇੰਨਾ ਵੱਡਾ ਫਲ ਆ, ਉਹ ਗਮਲੇ ਦੇ ਵਿੱਚ ਵੀ ਹੋ ਸਕਦਾ। ਗਰੋ ਕਰਨ ਵਾਸਤੇ ਇਹਨੂੰ ਛੋਟੇ ਪੌਟ ਦੇ ਵਿੱਚ ਲਗਾਇਆ ਜੀ, ਜਦੋਂ ਇਹ ਵੱਡਾ ਹੋ ਜਾਏਗਾ ਤਾਂ ਇਹਨੂੰ ਵੱਡੇ ਪੌਟ ਸ਼ਿਫਟ ਕਰਤਾ ਜਾਊਗਾ। ਸੇਖੋ ਸਾਹਿਬ, ਇਸ ਤੋਂ ਇਲਾਵਾ ਹੋਰ ਕਿਹੜੇ ਕਿਸਮ ਦੇ ਫਲ ਨੇ ਜਾਂ ਸਬਜ਼ੀਆਂ? ਫਰੂਟ ਮੇਰੀ ਛੱਤ ਦੇ ਉੱਤੇ ਚੀਕੂ ਹੈ ਜੀ, ਅਮਰੂਦ ਹੈ, ਕੀਨੂ ਹੈ, ਨਿੰਬੂ ਹੈ, ਸੰਤਰਾ ਚਾਈਨਾ ਔਰੰਜ ਹੈ, ਔਰ ਬੇਰ ਹੈ, ਜਾਮੁਨ ਹੈ। ਇਹ ਸਾਰੇ ਫਲ ਇੱਥੇ ਲੱਗੇ ਹੋਏ ਨੇ। ਸਬਜ਼ੀਆਂ ਜਿਹੜੀਆਂ ਨੇ ਉਹ ਸੀਜ਼ਨ ਹੁਣ ਆਫ ਹੋ ਚੁੱਕਿਆ। ਨੈਕਸਟ ਜਿਹੜਾ ਅਕਤੂਬਰ ਦੇ ਵਿੱਚ ਸਰਦੀਆਂ ਦੀਆਂ ਸਬਜ਼ੀਆਂ ਗਰੋ ਕਰਾਂਗੇ।
ਸੇਖੋ ਜੀ, ਮੈਂ ਦੇਖ ਰਿਹਾ ਛੱਤ ਦੇ ਉੱਪਰ ਕਈ ਕਿਸਮ ਦੇ ਕੈਕਟਸ ਵੀ ਨੇ ਜੀ। ਇਹ ਅਲੱਗ ਕਿਸਮ ਹੈ, ਇਹਨਾਂ ਦੀ ਡਿਮਾਂਡ ਵੀ ਮੈਨੂੰ ਲੱਗਦਾ ਕਾਫੀ ਹੋਣੀ ਹੈ। ਕੈਕਟਸ ਦਾ ਕੰਸੈਪਟ ਜਿਹੜਾ ਹੈਗਾ ਹੁਣ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਪ੍ਰਚਲਿਤ ਹੋ ਗਿਆ ਜੀ। ਲੋਕ ਇਹਨੂੰ ਬਹੁਤ ਜ਼ਿਆਦਾ ਲਾਈਕ ਕਰਨ ਲੱਗੇ ਕਿਉਂਕਿ ਇਹਦੇ ਲਈ ਜਗ੍ਹਾ ਬਹੁਤ ਥੋੜੀ ਚਾਹੀਦੀ ਹੁੰਦੀ ਹੈ। ਥੋੜੇ ਛੋਟੇ ਪੌਟ ਦੇ ਵਿੱਚ ਥੋੜੀ ਜਗ੍ਹਾ ਦੇ ਵਿੱਚ ਅਸੀਂ ਕਾਫੀ ਸਾਰੇ ਬੂਟੇ ਲਗਾ ਸਕਦੇ ਹਾਂ। ਜਿਸ ਤਰ੍ਹਾਂ ਤੁਸੀਂ ਮੇਰੇ ਦੇਖ ਰਹੇ ਹੋ ਕਿ 30 35 ਸਾਲ ਦੇ ਬੂਟੇ ਨੇ ਜਿਹੜੇ ਦੀਵਾਰ ਤੇ ਪਏ ਨੇ ਜੀ। ਔਰ ਇਹਨਾਂ ਚੋਂ ਹੁਣ ਕਾਫੀ ਸਾਰੇ ਤਾਂ ਮੇਰੇ ਗਵਰਨਰ ਹਾਊਸ ਦੇ ਵਿੱਚ ਇੱਕ ਕੈਕਟਸ ਹਾਊਸ ਬਣਿਆ ਰਾਜ ਭਵਨ ਚੰਡੀਗੜ੍ਹ ਓਕੇ। ਤੇ ਲਾਸਟ ਈਅਰ ਉੱਥੇ ਚਲੇ ਗਏ ਜੀ। ਤੋ ਹੁਣ ਥੋੜੇ ਜਿਹੇ ਬੂਟੇ ਰਹਿ ਗਏ ਲੇਕਿਨ ਇਹਦੀ ਕਾਫੀ ਸਾਰੀ ਵੈਰਾਈਟੀ ਦੂਸਰੇ ਕਿੰਨੀ ਕੁ ਕਲੈਕਸ਼ਨ ਆ ਤੁਹਾਡੇ ਕੋਲ ਕੈਕਟਸ ਦੀ? 150 200 ਦੇ ਕਰੀਬ ਵੈਰਾਈਟੀਜ਼ ਹੋਊਗੀ ਜੀ। ਨੰਬਰ ਆਫ ਪਲਾਂਟਸ ਤੇ ਬਹੁਤ ਜ਼ਿਆਦਾ ਨੇ ਕਿਉਂਕਿ ਮੈਂ ਸੀਡ ਤੋਂ ਗਰੋ ਕਰਦਾ ਆਪ ਇਹ, ਮੈਂ ਕਿਤੋਂ ਬਾਈ ਨਹੀਂ ਕਰਦਾ। ਜਿਹੜਾ ਸੀਡ ਇੱਥੇ ਨਿਕਲਦਾ ਉਸੇ ਤੋਂ ਗਰੋ ਕਰਕੇ ਉਸ ਨੂੰ ਮਲਟੀਪਲਾਈ ਕਰਦਾ ਮੈਂ। ਸਿੱਖੋ ਜੀ, ਛੱਤ ਦੇ ਉੱਪਰ ਪਲਾਂਟਿੰਗ ਲਈ ਪੌਦੇ ਲਗਾਉਣ ਲਈ ਸਿਰਫ ਗਮਲੇ ਹੀ ਯੂਜ਼ ਕਰਦੇ ਹੋ ਜਾਂ ਹੋਰ ਕੀ ਵਰਤਿਆ ਜਾਂਦਾ? ਇਹਦੇ 'ਚ ਅੱਜ ਕੱਲ੍ਹ ਇੱਕ ਬੜਾ ਰੁਝਾਨ ਹੈ ਜੀ ਲੋਕਾਂ ਦੇ ਵਿੱਚ। ਮੈਂ ਦੇਖਿਆ ਕਿ ਜਿਹੜੇ ਵੇਸਟ ਮਟੀਰੀਅਲ ਸਾਡੇ ਘਰਾਂ ਦੇ ਵਿੱਚ ਹੈ, ਤੇ ਡੱਬੇ ਨੇ, ਬਾਲਟੀਆਂ ਨੇ ਜਾਂ ਕਿਸੇ ਤਰ੍ਹਾਂ ਦਾ ਕੰਟੇਨਰ ਹੈ, ਉਹਨੂੰ ਕੱਟ ਕੇ ਥੋੜਾ ਫੈਂਸੀ ਬਣਾ ਕੇ ਪੇਂਟ ਕਰਕੇ ਉਹਨਾਂ ਦੇ ਵਿੱਚ ਵੀ ਪਲਾਂਟਸ ਲਗਾਏ ਜਾਂਦੇ ਨੇ ਔਰ ਉਹ ਬਾਕੀ ਪੌਟ ਨਾਲੋਂ ਜਿਹੜਾ ਹੈਗਾ ਜ਼ਿਆਦਾ ਸੋਹਣੇ ਲੱਗਦੇ ਨੇ। ਸੋ ਮੈਂ ਇੱਥੇ ਡਿਫਰੈਂਟ ਮੀਡੀਅਮ ਯੂਜ਼ ਕੀਤੇ ਨੇ। ਮੇਰੇ ਕੋਲੇ ਬਾਥ ਟੱਬ ਲੱਗਿਆ ਹੋਇਆ ਜਿਹਦੇ 'ਚ ਕੀਨੂ ਹੈ ਔਰ ਇਹਦੇ ਨੀਚੇ ਮੈਂ ਇਹ ਕੀਨੂ ਲੱਗੇ ਨੇ। ਦੇਖੋ ਇਸ ਸਾਲ ਜਿਹੜਾ ਫਰੂਟ ਹੈਗਾ ਕਾਫੀ ਅੱਛਾ ਫਰੂਟ ਹੈ ਔਰ ਇਹਦੇ 'ਚ ਨੀਚੇ ਮੈਂ ਜਿਹੜਾ ਹੈਗਾ ਸਰਦੀਆਂ ਦੇ ਵਿੱਚ ਮੇਥੀ ਲਾ ਦੇਣਾ। ਸੋ ਉਹਦੀ ਇੱਕ ਫਸਲ ਵੀ ਨਾਲ ਅਸੀਂ ਲੈਣੇ ਜੀ। ਇਸ ਤੋਂ ਇਲਾਵਾ ਪੌਟ ਨੇ, ਕੁਝ ਪਲਾਂਟਰ ਬੈਗ ਨੇ। ਸੋ ਜਿੱਦਾਂ ਸਫੈਦੇ ਦੀਆਂ ਜਿਹੜੀਆਂ ਟਰੇਆਂ ਹੁੰਦੀਆਂ ਉਹਨਾਂ ਦੇ ਵਿੱਚ ਸੀਡਲਿੰਗਸ ਲਗਾ ਦਿੰਦੇ ਆ। ਸੋ ਅਲੱਗ-ਅਲੱਗ ਮੀਡੀਅਮ ਅਸੀਂ ਯੂਜ਼ ਕਰਦੇ ਹਾਂ ਤਾਂ ਕਿ ਕਿਸੇ ਚੀਜ਼ ਨੂੰ ਅਸੀਂ ਵੇਸਟ ਨਾ ਕਰੀਏ। ਸੋ ਅਸੀਂ ਸਾਡੀ ਜ਼ੀਰੋ ਵੇਸਟ ਜਾਂ ਅਸੀਂ ਪਲਾਸਟਿਕ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ ਬਿਲਕੁਲ ਵੀ। ਸਰ, ਟੈਰਿਸ ਗਾਰਡਨਿੰਗ ਤੁਸੀਂ ਕਰ ਰਹੇ ਹੋ, ਕਈ ਕਿਸਮ ਦੇ ਬੂਟੇ ਨੇ, ਤੇ ਕਿੰਨੇ ਕੁ ਬੂਟੇ ਹੋਣੇ ਆ? ਇਹਨਾਂ ਲਈ ਕੋਈ ਮਾਲੀ ਆਉਂਦਾ ਰੱਖ ਰਖਾਵ ਲਈ, ਤੇ ਖਾਦ ਵਗੈਰਾ ਦਾ ਕਿਵੇਂ ਇੰਤਜ਼ਾਮ ਕਰਦੇ ਹੋ? ਜਿਹੜੇ ਟੋਟਲ ਨੰਬਰ ਆਫ ਪਲਾਂਟਸ ਜਿਹੜੇ ਹੈਗੇ ਮੈਂ ਕਦੇ ਕਾਊਂਟ ਨਹੀਂ ਕੀਤੇ ਪਰ 5000 ਤੋਂ ਜ਼ਿਆਦਾ ਨੇ ਛੋਟੇ ਵੱਡੇ ਗਮਲੇ ਮਿਲਾ ਕੇ ਜੀ। ਸੋ ਜਿੱਥੇ ਤੱਕ ਮਾਲੀ ਦਾ ਸਵਾਲ ਹੈ ਉਹ ਤੁਹਾਡੇ ਸਾਹਮਣੇ ਖੜਾ ਜੀ। ਮੈਂ ਹੀ ਮਾਲੀ ਹਾਂ, ਮੈਂ ਹੀ ਗਾਰਡਨਰ ਹਾਂ, ਮੈਂ ਹੀ ਇਹਦਾ ਓਨਰ ਹਾਂ ਜੀ। ਕਿਉਂਕਿ ਪਿਛਲੇ 30 35 ਸਾਲ ਤੋਂ ਮੈਂ ਖੁਦ ਹੀ ਕਰ ਰਿਹਾ। ਮੋਰ ਦੈਨ 35 ਇਅਰਸ ਹੋ ਗਏ ਜੀ। ਸੋ ਮਾਲੀ ਕੋਈ ਨਹੀਂ ਹੈ। ਇਹਨਾਂ ਨੂੰ ਮੈਂ ਸਵੇਰੇ ਸ਼ਾਮ 2-2 ਘੰਟੇ ਦਿੰਦਾ। ਜਿਹੜੀ ਖਾਦ ਹੈ ਇਹਨਾਂ ਦੇ ਵਿੱਚ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕੈਕਟਸ ਔਰ ਫੋਲੇਜ ਜਿਹੜੇ ਬੂਟੇ ਹੈਗੇ ਉਹਨਾਂ ਦੀ ਵੱਖਰੀ ਵੱਖਰੀ ਖਾਦ ਹੁੰਦੀ ਹੈ। ਅੱਜ ਕੱਲ੍ਹ ਇੱਕ ਕੰਸੈਪਟ ਬੜਾ ਸੋਹਣਾ ਚੱਲਿਆ ਹੈ ਕਿ ਕਿਚਨ ਵੇਸਟ ਤੋਂ ਖਾਦ ਤਿਆਰ ਕਰਨਾ। ਸੋ ਮੈਂ ਜਿੰਨੀ ਮੇਰੀ ਕਿਚਨ ਦਾ ਵੇਸਟ ਹੁੰਦਾ ਉਹਨੂੰ ਮੈਂ ਬਾਹਰ ਨਹੀਂ ਗੇਰਦਾ। ਉਹਦੇ ਲਈ ਮੈਂ ਇੱਥੇ ਇੱਕ ਬਾਲਟੀਆਂ ਇਸ ਤਰ੍ਹਾਂ ਦੀ ਲਗਾਈਆਂ ਨੇ। ਇਹ ਮੇਰੇ ਕੋਲ 4 ਬਾਲਟੀਆਂ ਨੇ ਜਿਨ੍ਹਾਂ ਦੇ ਵਿੱਚ ਮੈਂ ਸਾਰੀਆਂ ਘਰ ਦੀਆਂ ਸਬਜ਼ੀਆਂ ਵਗੈਰਾ ਪਾ ਦਿੰਦਾ ਜੀ। ਇਹਦੇ 'ਚ ਫਰੂਟ ਦੇ ਛਿਲਕੇ ਨੇ, ਪੀਲਸ ਨੇ, ਜੋ ਵੀ ਹੈ। ਇਸ ਤੋਂ ਬਾਅਦ 2 ਮਹੀਨੇ ਦੇ ਅੰਦਰ ਅੰਦਰ ਇਹਦੇ 'ਚੋਂ ਇਹ ਖਾਦ ਤਿਆਰ ਹੁੰਦੀ ਹੈ। ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਖਾਦ ਦਾ, ਬੜੀ ਨਿਊਟ੍ਰੀਸ਼ਨ ਹੈ ਕਿਉਂਕਿ ਇਹਦੇ 'ਚ ਅੰਡੇ ਦੇ ਛਿਲਕੇ ਵੀ ਨੇ, ਇਹ 'ਚ ਕੇਲਿਆਂ ਦੇ ਛਿਲਕੇ ਨੇ, ਫਰੂਟ ਨੇ, ਸਬਜ਼ੀਆਂ ਨੇ। ਜਿੰਨਾ ਸਾਡਾ ਕਿਚਨ ਦਾ ਵੇਸਟ ਹੈ ਉਹ ਸਾਰਾ ਇਸ 'ਚ ਪਾਇਆ ਹੋਇਆ ਹੈ ਔਰ ਇਹ ਬੜੀ ਹੈਲਦੀ ਖਾਦ ਹੈ। ਸਰ, ਤੁਸੀਂ ਮਲਟੀਟਾਸਕਿੰਗ ਕਰ ਰਹੇ ਹੋ ਜੋਬ ਜਿਹੜੀ ਤੁਹਾਡੀ ਹੈਗੀ ਹੈ। ਤੁਸੀਂ ਇੱਕ ਇਤਿਹਾਸ ਨੂੰ ਸੰਭਾਲ ਰਹੇ ਹੋ, ਵਾਤਾਵਰਨ ਨੂੰ ਵੀ ਸੰਭਾਲ ਰਹੇ ਹੋ ਨਾ, ਭਵਿੱਖ ਨੂੰ ਸੰਭਾਲ ਰਹੇ ਹੋ, ਤੇ ਲੋਕਾਂ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ, ਇਹ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਆਪਣੀ ਵਿਰਾਸਤ, ਆਪਣੇ ਇਤਿਹਾਸ ਨੂੰ ਜਿਹੜਾ ਸੰਭਾਲ ਕੇ ਰੱਖੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ, ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੀਆਂ ਉਹ ਕਦੇ ਕਾਮਯਾਬ ਨਹੀਂ ਹੁੰਦੀਆਂ। ਸੋ ਜਿਹੜਾ ਤੁਸੀਂ ਗਾਰਡਨਿੰਗ ਬਾਰੇ ਗੱਲ ਕੀਤੀ ਹੈ, ਇਹਦੇ ਲਈ ਤਾਂ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੂੰਗਾ ਸਾਰਿਆਂ ਨੂੰ ਕਿ ਅੱਜ ਇਸ ਸਮੇਂ ਦੀ ਲੋੜ ਹੈ। ਸਾਡਾ ਵਾਤਾਵਰਨ ਜਿਹੜਾ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕਿਆ ਹੈ। ਹਵਾ, ਪਾਣੀ, ਧਰਤੀ ਅਸੀਂ ਖਾਦਾਂ ਪਾ ਕੇ, ਸਪਰੇਆਂ ਕਰਕੇ, ਧੂਏ ਨਾਲ, ਅਸੀਂ ਗੈਸਿਸ ਦੇ ਨਾਲ ਇਹਨੂੰ ਪੋਲੂਟ ਕਰ ਦਿੱਤਾ। ਸੋ ਅਗਰ ਅਸੀਂ ਹੁਣ ਨਹੀਂ ਕਰਾਂਗੇ ਤਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸਾਡੀ, ਉਹ ਸਾਨੂੰ ਲਾਹਨਤਾਂ ਪਾਏਗੀ। ਸੋ ਸਾਡਾ ਇਹ ਫਰਜ਼ ਬਣਦਾ ਹਰ ਇਨਸਾਨ ਦਾ ਕਿ ਆਪਣੇ ਵਾਤਾਵਰਨ ਨੂੰ, ਆਪਣੀ ਧਰਤੀ ਨੂੰ, ਇਸ ਆਪਣੀ ਮਾਤ ਭਾਸ਼ਾ ਜਿਹੜੀ ਮਾਤ ਭੂਮੀ ਹੈ ਇਹਨੂੰ ਅਸੀਂ ਜਿਹੜਾ ਹੈਗਾ ਤੰਦਰੁਸਤ ਰੱਖੀਏ, ਸਾਫ਼ ਸੁਥਰਾ ਰੱਖੀਏ। ਸੋ ਇਹਦੇ ਲਈ ਕੀ ਹੈ ਕਿ ਸਭ ਤੋਂ ਜ਼ਰੂਰੀ ਕੰਮ ਹੈ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ। ਜੇ ਤੁਹਾਡੇ ਕੋਲ ਬਾਹਰ ਜਗ੍ਹਾ ਨਹੀਂ ਹੈ ਤਾਂ ਤੁਸੀਂ ਛੱਤ ਦੇ ਉੱਤੇ ਬੂਟੇ ਲਾਓ। ਜਿੰਨੀ ਗ੍ਰੀਨਰੀ ਹੋਏਗੀ ਤੁਹਾਡਾ ਆਕਸੀਜਨ ਦਾ ਸੋਰਸ ਹੈ ਗ੍ਰੀਨਰੀ। ਸੋ ਇਹਦੇ ਜਦੋਂ ਤੁਸੀਂ ਸਵੇਰੇ ਸ਼ਾਮ ਆ ਕੇ ਬੈਠੋਗੇ, ਥੋੜ੍ਹਾ ਟਾਈਮ ਸਪੈਂਡ ਕਰੋਗੇ, ਤੁਹਾਡੇ ਨਾਲ ਗੱਲਾਂ ਕਰਦੇ ਨੇ ਬੂਟੇ, ਇਹ ਤੁਹਾਨੂੰ ਰਿਸਪੌਂਡ ਕਰਦੇ ਨੇ। ਇੱਕ ਦਿਨ ਤੁਸੀਂ ਨਹੀਂ ਆਉਂਦੇ ਤਾਂ ਨੈਕਸਟ ਡੇ ਇਹ ਦੱਸਦੇ ਨੇ ਕਿ ਤੁਸੀਂ ਇਹਨਾਂ ਨੂੰ ਮਿਲਣ ਨਹੀਂ ਆਏ। ਸੋ ਇਹਨਾਂ ਦੇ ਵਿੱਚ ਵੀ ਜਾਨ ਹੈ। ਸੋ ਤੁਸੀਂ ਵਾਤਾਵਰਨ ਸਾਫ਼ ਰੱਖੋ, ਵੱਧ ਤੋਂ ਵੱਧ ਜਿਹੜੀ ਹੈ ਪਲਾਂਟੇਸ਼ਨ ਕਰੋ, ਗ੍ਰੀਨਰੀ ਕਰੋ, ਤਾਂ ਹੀ ਅਸੀਂ ਜਿਹੜੇ ਹੈਗੇ ਤੰਦਰੁਸਤ ਰਹਿ ਸਕਾਂਗੇ। ਸੋ ਇਹ ਸਨ ਸਰਦਾਰ KS ਸੇਖੋ, ਜਿਨ੍ਹਾਂ ਨੇ ਸਾਫ਼ ਤੇ ਸਾਫ਼ ਸੁਨੇਹਾ ਦਿੱਤਾ ਇਤਿਹਾਸ ਦੇ ਨਾਲ ਨਾਲ ਭਵਿੱਖ ਨੂੰ ਸਾਂਭਣਾ ਵੀ ਬਹੁਤ ਜ਼ਰੂਰੀ ਹੈ ਤੇ ਇਸ ਲਈ ਹਰ ਇਨਸਾਨ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ।